मोहरा ला ला के तुसां मेरी मोहर भी कसा छड़ी। एक मिनट में रखना थोड़े वर्कर राजी ਹੋਰ ਤੇਰੀ 35 ਬਣ ਕੇ ਆਵੇ ਇੱਥੇ ਲਾਓ ਨਾ ਤੇ ਇੱਥੇ ਆਪਣਾ ਸ਼ਨਾਖਤੀ ਕਾਰਡ ਨੰਬਰ 35 ਪੁੱਤ ਅਸੀਂ ਮੋਹਰਾਂ ਲਾ ਬੈਠੇ ਆ ਇੰਨੇ ਚਿਰ ਨੂੰ ਤੇ ਇੰਨੇ ਚ ਇਹਨੂੰ ਬੰਦ ਕਰੋ ਨਾ ਇਹਦੇ ਥੱਲੇ ਦਿਓ ਰੱਖਾਂ ਥੋੜਾ ਕਰ ਠੀਕ ਹੈ ਇਹ ਤਾਂ ਕਰ ਦੇ ਆ ਇੱਥੇ ਲਾਓ ਨਾ ਲਾਉਣਾ ਜੀ ਇਹ ਟੈਸਟਡ ਹੋ ਗਈ ਹੁਣ ਤੁਸੀਂ ਆਪਣਾ ਡਾਟਾ ਸਾਰਾ ਇੱਥੇ ਲਿਖੋ ਉਹ ਕੀ ਲਿਖਣਾ ਜੀ ਸ਼ਨਾਦੀ ਪਾਕਿਸਤਾਨ ਦੇ ਵਿੱਚ ਅਗਰ ਤੁਹਾਡਾ ਚੱਲ ਜਾਏ ਤੇ ਚੱਲ ਜਾਏ ਨਹੀਂ ਚੱਲੇ ਤੇ ਤੁਹਾਨੂੰ ਫੇਰੇ ਰਾਹ ਸਾਹਿਬ ਮਾਯੂਸ ਹੋ ਕੇ ਜਿਹੜਾ ਨਾ ਉਹ ਕਿਤਾਬਾਂ ਹੱਥ 'ਚ ਕਿਤਾਬਾਂ ਹੱਥ 'ਚ ਲੈ ਕੇ ਤੇ ਫਿਰ ਵਾਪਸ ਜਾ ਰਹੇ ਆ ਰਾਹ ਸਾਹਿਬ ਨਾ ਸੈਕਟਰੀ ਸਾਹਿਬ ਦਾ ਸ਼ਨਾਖਤੀ ਕਾਰਡ ਨੰਬਰ ਲਿਖਵਾਉਣਾ ਹੈ ਟੈਲੀਫੋਨ ਨੰਬਰ ਲਿਖਵਾਉਣਾ ਬਸ ਹੋਰ ਤਾਂ ਕੁਝ ਨਹੀਂ ਕਰਵਾਉਣਾ ਹੈ ਇੱਥੇ ਸੈਕਟਰੀ ਸਾਹਿਬ ਦਾ ਟੈਲੀਫੋਨ ਨੰਬਰ ਲਿਖਵਾਉਣਾ ਹੈ ਤੇ ਸ਼ਨਾਖਤੀ ਕਾਰਡ ਨੰਬਰ ਲਿਖਵਾਉਣਾ ਹੈ ਤੇ ਤੁਸੀਂ ਉਹ ਆਪਣਾ ਇਹਨਾਂ ਦਾ ਫੋਨ ਕਰਕੇ ਤੇ ਉਹਨਾਂ ਨੂੰ ਆਪਣਾ ਨੰਬਰ ਪੁੱਛ ਲਵੋ ਉਹ ਲਿਖ ਲਓ ਤੇ ਟੈਲੀਫੋਨ ਦਾ ਨੰਬਰ ਆ ਤੁਹਾਡੇ ਕੋਲ ਤੇ ਜਿਹੜਾ ਹੈ ਰਜਿਸਟਰਡ ਇਹਨਾਂ ਨਿਕਾਹਨਾਮੇ ਦਾ ਕੋਈ ਫੀਲਿੰਗ ਨਹੀਂ ਆਫਤ ਜੀ ਫੀਲਿੰਗ ਕਿਹੜੀਆਂ ਨੇ ਵੀ ਇਹ ਨਿਕਾਹਨਾਮਾ ਹੈ ਅੱਛਾ ਇਹ ਹੁਣ ਮੌਲਵੀ ਸਾਹਿਬ ਦੀਆਂ ਬਾਲੀਆਂ ਮੌਲਵੀ ਗਲਤੀਆਂ ਕਰਦੇ ਨੇ ਮੌਲਵੀ ਗਲਤੀ ਦਾ ਹਿਸਾਬ ਲਾ ਵੀ ਇੱਥੇ ਉਸ 5 ਦਸੰਬਰ ਨੂੰ ਸ਼ਾਦੀ ਹੋਈ ਉਸ 5 ਦਸੰਬਰ ਚ ਠੀਕ ਡੇਟ ਲਿਖੀ ਹੁਣ ਜਿਹੜੀ ਦਿਨ ਨੂੰ ਉਸ ਦਰਜ ਕਰਵਾਇਆ ਹੈ अच्छा शादी को दर्ज रजिस्टर्ड करवाने की तारीख हाँ हाँ मतलब ओदे एमआरसी ਤੇ ਲਿਖਿਆ शादी को अंदराज करवाने की तारीख ਉਹਦੇ 7 ਦਸੰਬਰ ਲਿਖੀ अच्छा ਐਦੇ ਵੀ ਤਾਂ ਉਹਦਾ ਕੰਮ ਸੀ ਨਾ ਕਿ 7 ਦਸੰਬਰ ਹੀ ਲਿਖਦਾ ਇਹਦਾ ਇਹ ਤਾਰੀਖ ਪਈ ਹੈ ਨਾ ਇੱਥੇ ਕਿੱਥੇ ਆਹ ਤਰੀਕ ਆ ਨਾ ਇਹ ਸ਼ਾਦੀ ਦੀ ਤਾਰੀਖ ਹੈ ਨਾ ਇੱਥੇ 7 ਲਿਖਵਾਉਣਾ ਹੈ ਇਹ 5 ਪਿਆ ਤੇ ਇੱਥੇ 7 ਲਿਖਵਾਉਣਾ ਹੈ ਹੱਥ ਨਾਲ ਹੀ ਬਸ ਜਿਹੜਾ ਉੱਥੇ ਅੰਦਰ ਤੁਹਾਡੇ ਕੋਲ ਰਜਿਸਟਰ ਪਿਆ ਹੈ ਉੱਥੇ 7 ਲਿਖੀ ਉਹਦੇ 5 ਉਹਦੇ ਵੀ 5 ਲਿਖੀ ਹੈ ਪਰ ਇੱਥੇ 7 ਲਿਖੀ ਹੈ ਵੇਖੋ ਨਾ ਇਹ 7 ਲਿਖੀ ਹੈ ਨਾ ਯਾਰ ਮੈਂ ਗੱਲ ਸੁਣ ਆਹ ਜਿਹੜੀ ਤਰੀਕ ਹੈ ਨਾ ਸ਼ਾਦੀ ਦੀ ਹੂੰ ਇਹ ਹੀ ਹੁੰਦੀ ਹੈ ਸ਼ਾਦੀ ਦੀ ਇਹ ਹੀ ਹੁੰਦੀ ਹੈ ਇਹ ਤਰੀਖ ਅੰਦਰਾਜ 7 ਤਰੀਕ ਨੂੰ ਆਇਆ ਤੇ ਇੱਥੇ 7 ਤੇ ਪਾਉਣਾ ਹੈ ਤਰੀਕ ਇੱਥੇ ਉਹਨੇ 5 ਪਾਇਆ ਹੈ ਉਹ ਯਾਰ ਮੇਰੀ ਗੱਲ ਸੁਣ ਢਿੱਲੇ ਵਾਲੀ ਗੱਲਾਂ ਨਾ ਕਰੀ ਤੂੰ ਐਂਦਾ ਕੋਈ ਤਲਕ ਨਹੀਂ ਦਾ ਚਾਚੂ ਜੀ ਇਹਦਾ ਤਲਕ ਮੇਰੀ ਗੱਲ ਸੁਣ ਨਾ ਉਹਦੇ ਉਹਨੇ ਅਫੀਡ ਕੀਤਾ ਉਹੀ ਤਰੀਕ ਲਈ ਉੱਥੇ ਉਹ ਵੀ ਇੱਥੇ ਆਪਣਾ ਨਾਂ ਲਿਖ ਕੇ ਨਾ ਆਪਣਾ ਇਹੀ ਤਰੀਕ ਇੱਥੇ ਲਈ ਛੱਡ ਦੇਣਾ ਆਹੋ ਲੇਕਿਨ ਸਾਨੂੰ ਇਹਦਾ ਅੰਦਰਾਜ ਨਹੀਂ ਹੁੰਦਾ ਸਿਰਫ ਆ ਜਿਹੜਾ ਨਾ ਅੰਦਰਾਜ ਆ ਇਹ ਹੀ ਹੈ ਅਸੀਂ ਇੱਥੇ 5 ਪਿਆ ਇੱਥੇ 7 ਜਦੋਂ ਇੱਥੇ ਆ 7 ਪਿਆ ਇੱਥੇ 7 ਕੋਈ ਨਹੀਂ ਸੱਲੋ ਕੋਈ ਨਹੀਂ ਹੁੰਦਾ ਆ ਜਦੋਂ ਇਹ ਜਿਹੜਾ ਨਾ ਬਜ਼ੁਰਗੋ ਇਹ ਡਾਕੂਮੈਂਟ ਸਾਨੂੰ ਚਾਹੀਦੇ ਨੇ ਵੀਜ਼ਾ ਲਵਾਉਣ ਵਾਸਤੇ ਉਹ ਆਂਦੇ ਨੇ ਜੀ ਸਾਰੇ ਡਾਕੂਮੈਂਟ ਇੱਕੋ ਜਿਹਾ ਕਰਾ ਕੇ ਲਿਆਵੋ ਆ ਜਿਹੜੀ ਹੁੰਦੀ ਹੈ ਨਾ ਅੰਦਰਾਜ ਆ ਸਾਰਾ ਇਹ ਕੰਪਿਊਟਰ ਦੀ कंप्यूटर ਵਿੱਚ ਹੁੰਦੀ ਹੈ ਸਾਨੂੰ ਪਤਾ ਹੈ ਇਹ ਦੇਖੋ ਨਾ शादी को दर्ज रजिस्टर्ड करवाने की तारीख 7 ਇੱਥੇ 5 ਪਿਆ ਹੈ ਆ ਰਜਿਸਟਰ ਜਦੋਂ ਆ ਰਜਿਸਟਰ ਹੁੰਦੀ ਆ ਆ ਰਜਿਸਟਰ ਦੀ ਆ ਅੰਦਰਾਜ ਜਿਹੜੀ ਹੈ ਕੰਪਿਊਟਰ ਜਿਹੜੀ ਤਰੀਕ ਚ ਕਰਨਾ ਹੈ ਨਾ ਭਾਵੇਂ ਮਹੀਨੇ ਬਾਅਦ ਕਰਨਾ ਸਾਲ ਬਾਅਦ ਕਰਨਾ ਉਹ ਇੱਥੇ ਤਰੀਕ ਆਣੀ ਹੈ ਉਹ ਤਾਂ ਆਣੀ ਹੈ ਸਾਨੂੰ ਵੀ ਪਤਾ ਹੈ ਪਰ ਇਟਲੀ ਵਾਲਿਆਂ ਸਾਨੂੰ ਘੱਲਿਆ ਉਹਨਾਂ ਆਖਿਆ ਇੱਥੇ 7 ਪੁਹਾ ਕੇ ਲਿਆਓ ਪਾਗਲ ਕਰ ਛੱਡਦੇ ਨੇ। ਪਾਗਲ ਕਰ ਛੱਡਦੇ ਨੇ ਹੁਣ ਇੰਜੇ ਵੀ ਸਾਡੇ ਤੇ ਰਹਿਨਮਾਈ ਕਰੋ ਫੋਨ ਕਰੋ ਸੈਕਟਰੀ ਸਾहब ਨੂੰ ਉਹ अपना हाथ ਨਾਲ ਤਾਂ ਲਿਖ के दे ਛੱਡਣ ਸਾਹਿਬ 4 जो डॉक्यूमेंट्स हैं ना वो फैमिली के चाहिए होते हैं एक इनका निकाहनामा मैनुअल होगा एक जो है वो निकाहनामा कंप्यूटराइज्ड होगा एक इनकी बीवी की जो है वो बर्थ सर्टिफिकेट और एक उनका जो है वो पासपोर्ट और आईडी कार्ड। हेलो जी बिस्मिल्लाहिर्रहमानिर्रहीम अस्सलाम वालेकुम जनाब तमाम दोस्तों को खुश आमदीद और हमारे यूट्यूब चैनल में यूरोप इन्फो टीवी। तो आज यहाँ पे जो है ना वो पाकिस्तान में जब से मैं आया हूँ तो मेरी कोशिश यही है कि जितने भी पाकिस्तान के अंदर जो है ना वो आके हमें काम करने पड़ते हैं फॉर एग्ज़ाम्पल अपनी फैमिली वगैरह अप्लाई करनी पड़ती है या कोई और डॉक्यूमेंट बनवाने पड़ते हैं तो उसके लिए जो भी स्ट्रगल यहाँ पे कर रहे हैं आपको मैं वो भी बताऊँ क्योंकि बहुत से दोस्त जो है ना वो ये पूछते हैं कि यार आप सारा जो है ना वो यूरोप के बारे में मालूमात देते हैं लेकिन जब पाकिस्तान आते हैं तो यूरोप वालों को जो यहाँ पे भी काम करने पड़ते हैं वो भी बता दिया करें। तो राज साहब मेरे साथ हैं इन्होंने पाकिस्तान से अपनी फैमिली जो है माशाल्लाह 2 इनके बेटे हैं और एक बीवी है तो उनको लेके इन्होंने इटली जाना है उसके लिए डॉक्यूमेंटेशन करनी है। तो चलें राज से फर्दर पूछते हैं कि क्या मामलात है और अभी हम यूनियन कौंसिल में आए हैं तो यूनियन कौंसिल में आके और ये मेरे साथ जो है ना राय आतिफ खरल साहब हैं हफ्जाबाद से और मेरे ये अजीज़ भी हैं और बहुत लगते हैं मुझे और इनके साथ में आज आया हूँ तो जितने भी दोस्त जो है ना वो अब्रॉड हैं यूरोप के अंदर हैं या वो किसी भी कंट्री में है ना
तो उनके लिए एक जो शादीशुदा लोग होते हैं उनकी ख्वाहिश जो सबसे बड़ी ख्वाहिश होती है कि किस तरह मैं जो है ना वो अपने बच्चों और बीवी को जो है ना वो अपने साथ बुला लूँ जहाँ पे मैं काम कर रहा हूँ, चाहे जर्मन में है, स्पेन में है, इटली में है, जहाँ पे भी है। तो उसके लिए जो है ना ख़ास तौर पे ये आज की वीडियो इटली में जो लोग हैं और वो अपनी फैमिली अप्लाई करना चाहते हैं, तो पाकिस्तान के अंदर उनको कौन कौन से डॉक्यूमेंट जो है ना वो दरकार होते हैं, आज उसी सिलसिले में मैं जा रहा हूँ अपने इलाके की जो यूनियन काउंसिल है वहाँ पे कुछ डॉक्यूमेंटेशन करने के लिए। तो ये सारा प्रोसेस आपको हम लाइव बताएंगे कि कौन से डॉक्यूमेंट कहाँ से कैसे और क्या क्या लेना है, और उसके बाद फाइल जो है ना वो पाकिस्तान में कैसे सबमिट करवानी है। ਤੁਹਾਡੇ ਵੀਜ਼ੇ ਨਿਕਲਣ ਤੋਂ ਪਹਿਲੇ ਤੁਹਾਡੀ ਫਾਈਲ ਤਿਆਰ ਹੋਈ ਸੀ ਹੋਵੇਗੀ ਪਾਕਿਸਤਾਨ। अच्छा, ਇਹ ਜਿਹੜੀਆਂ ਨੇ MRC ਦੀਆਂ ਡੇਟਾਂ ਔਰ ਮੈਨੂਅਲ ਨਿਕਾਹਨਾਮੇ ਦੀਆਂ ਡੇਟਾਂ ਸੇਮ ਹੋਣੀਆਂ ਚਾਹੀਦੀਆਂ ਨੇ। ਅਗਰ ਉਹਨਾਂ ਦੇ ਉੱਤੇ ਕਾਂਟੇ ਵੱਜੇ ਨੇ ਨਿਕਾਹਨਾਮੇ ਤੇ ਕਾਂਟੇ ਵੱਜੇ ਨੇ, ਤੁਸੀਂ ਦੁਬਾਰਾ ਸੈਕਟਰੀ ਕੋਲ ਆਓ, ਮਤਲਬ ਉੱਥੋਂ ਆ ਕੇ ਰਜਿਸਟਰਾਰ ਦੀ ਮੋਹਰ ਲਵਾ ਲਵੋ। 6 ਮੋਹਰਾਂ ਲੱਗਦੀਆਂ ਨੇ, ਜਿੱਥੇ ਜਿੱਥੇ ਗਲਤੀ ਹੈ ਉੱਥੋਂ ਸੈਕਟਰੀ ਹੱਥ ਨਾਲ ਕੱਟ ਕੇ ਤੁਹਾਨੂੰ ਸਟੈਂਪ ਲਾ ਕੇ ਦੇਗਾ, ਮਤਲਬ ਉਹ ਤੁਹਾਡੀਆਂ ਗਲਤੀਆਂ ਦਰੁਸਤ ਕਰੇਗਾ। ਸਹੀ ਹੋ ਉਹ ਕਰਕੇ ਇਹ ਗਲਤੀ ਹੁੰਦੀ ਕਿਹੜੀ ਸਿਰਫ ਨਾਂ ਦੀ ਡੇਟ ਆ ਬਰਥ ਹੀ ਹੋਣੀ ਹੈ, ਹੋਰ ਕਿਹੜੀ ਹੋ ਨਹੀਂ ਵਿੱਚ ਉਹ ਦੁਲਾ ਦੁਲਨ ਦੇ ਕੁਐਫ ਬੜੀ ਮਿਸਟੇਕਾਂ ਹੁੰਦੀਆਂ ਨੇ। ਅੱਛਾ, ਇੱਕ ਛੋਟੀ ਜੀ ਗਲਤੀ ਦੀ ਵਜ੍ਹਾ ਤੋਂ ਤੁਹਾਡਾ ਵੀਜ਼ਾ ਵੀ ਰਿਜੈਕਟ ਹੋ ਸਕਦਾ ਹੈ। ਉਹ ਵਜ੍ਹਾ ਹੈ, ਫਾਰ ਐਗਜ਼ਾਮਪਲ ਮੇਰੀ ਹੁਣ 5 ਦਸੰਬਰ ਸ਼ਾਦੀ ਹੋਈ ਹੈ, 5 ਦਸੰਬਰ ਰਜਿਸਟਰਡ ਹੋਇਆ ਹੈ, ਮਤਲਬ ਹੋਇਆ ਤਾਂ ਮੇਰਾ MRC 7 ਦਸੰਬਰ ਰਜਿਸਟਰਡ ਹੈ, ਲੇਕਿਨ ਮੈਂ ਅਗਰ ਇਸ ਤਰ੍ਹਾਂ ਕਰਦਿਆਂ ਦਾ ਕੋਈ ਇਨਕੁਆਇਰੀ ਕਰਨ ਆਵੇਗਾ ਉਹ ਕਹੇਗਾ ਇਹ ਕੀ ਗਿਆ। ਅੱਛਾ, ਸਾਰੀ ਸੇਮ ਕਿਉਂ ਨਹੀਂ ਹੈ। ਉਹ ਵੀ ਵਕੀਲ ਹੀ ਹੁੰਦੇ ਨੇ, ਉਹ ਤੰਗ ਕਰੇਗਾ ਫਿਰ ਨਾ। ਸਹੀ ਹੋ ਗਿਆ। ਤੇ ਉਹ ਇਹ ਵਜ੍ਹਾ ਹੈ ਕਿ ਤੁਸੀਂ ਉਹਦੀ ਮਤਲਬ ਇੱਕ ਸਾਰੀ ਫਾਈਲ ਤਿਆਰ ਕਰੋ। ਵੀਜ਼ੇ ਇਟਲੀ ਜਮ੍ਹਾਂ ਤੁਹਾਡੇ ਹੋਏ ਨੇ ਨੌਲੇ ਉਸਤੇ, ਇਹ ਤੁਹਾਡੇ ਕੋਲ ਟਾਈਮ ਹੋਵੇਗਾ ਤੁਸੀਂ ਆਪਣੀ ਫਾਈਲ ਤਿਆਰ ਕਰ ਲਓ ਉਹਦੇ। ਇਸ ਤੋਂ ਬਾਅਦ ਅਗਰ ਤੁਹਾਨੂੰ ਪਾਕਿਸਤਾਨ ਹੈ ਤਾਂ 100% ਮੁੱਲ ਹੀ ਲੱਭਣੀ ਹੈ ਉਹ ਅਪਾਇੰਟਮੈਂਟ ਇਟਾਲੀਅਨ ਐਮਬੈਸੀ ਦੀ। ਅੱਛਾ, ਪੈਸੇ ਨਾਲ ਪਰ ਪਰਸਨ 4-5 ਲੱਖ ਰੁਪਈਆ ਕੌਣ ਦੇਵੇ। ਅੱਛਾ, ਇਟਲੀ ਗਵਰਨਮੈਂਟ ਤੁਹਾਡੀ ਮਦਦ ਕਰਦੀ ਹੈ, ਤੁਹਾਡੇ ਟੈਕਸ ਦੇ ਬੇਸ ਤੇ ਤੁਹਾਨੂੰ ਪੇਪਰ ਦਿੰਦੀ ਹੈ, ਸਹੀ ਹੋ ਗਿਆ। ਤੁਹਾਡੀ ਖੂਨ ਪਸੀਨੇ ਦੀ। ਤੇ ਇੱਥੇ ਤੁਸੀਂ ਪੈਸੇ ਦੇ ਕੇ ਕੰਮ ਕਰਵਾਉਣਾ। ਪਾਕਿਸਤਾਨ ਹੈ ਕਾਨੂੰਨ ਹੈ, ਲੇਕਿਨ ਮਾੜੇ ਬੰਦੇ ਵਾਸਤੇ ਕਾਨੂੰਨ ਹੈ, ਵੱਡੇ ਵਾਸਤੇ ਕੋਈ ਨਹੀਂ ਹੈ। ਬਿਲਕੁਲ ਜੀ। ਉਹ ਫਿਰ ਗੱਲ ਹੈ ਕਿ ਜਦੋਂ ਤੁਹਾਡੀ ਫਾਈਲ ਰੈਡੀ ਹੋਵੇਗੀ, ਤੁਸੀਂ ਮਤਲਬ ਹੈ ਕਿ ਸੈਟੀਸਫਾਈ ਹੋਵੋਗੇ ਕਿ ਸਾਡੀ ਫਾਈਲ ਓਕੇ, ਤੁਹਾਡੇ ਵੀਜ਼ੇ ਇਟਲੀ ਤੋਂ ਆ ਜਾਣ ਦਿਓ, ਫਿਰ ਇੱਕ ਵਾਰੀ ਤੁਸੀਂ ਤਸੱਲੀ ਕਰੋ, ਫਿਰ ਇਟਲੀ ਦੇ ਵਿੱਚ ਤੁਸੀਂ ਵਕੀਲ ਕਰ ਸਕਦੇ ਹੋ। ਸਹੀ। ਆਰਟੀਕਲ 700 ਦੇ ਤਹਿਤ ਬੜੇ ਅੱਛੇ ਵਕੀਲ ਨੇ। 500 ਯੂਰੋ ਵੀ ਕੋਈ ਲੈਂਦਾ, ਕੋਈ 700 ਲੈਂਦਾ, ਕੋਈ 1000 ਲੈਂਦਾ, ਕੋਈ 1500 ਲੈਂਦਾ, ਚਾਹੇ 1 ਪਰਸਨ ਹੈ, ਚਾਹੇ 2 ਪਰਸਨ ਹੈ, ਚਾਹੇ 3 ਪਰਸਨ, ਜਿੰਨੇ ਵੀ ਨੇ। ਅੱਛਾ, ਉਹ ਤੁਸੀਂ ਸਾਰੇ ਵਕੀਲ 3 ਮਹੀਨੇ ਦਾ ਟਾਈਮ ਦਿੰਦਾ ਹੈ ਇਟਾਲੀਅਨ ਐਮਬੈਸੀ ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਲੈਣ ਦਾ। ਅੱਛਾ, ਉਹਦੀ ਵਾਸਤੇ ਤੁਸੀਂ ਇਟਾਲੀਅਨ ਐਮਬੈਸੀ ਨੂੰ ਮੇਲ ਕਰਨੀ ਹੈ ਕਿ ਮੈਨੂੰ ਅਪਾਇੰਟਮੈਂਟ ਚਾਹੀਦੀ ਹੈ। 100% ਤੁਹਾਨੂੰ ਰਿਪਲਾਈ ਨਹੀਂ ਆ ਰਿਹਾ। BLS ਤੁਹਾਨੂੰ ਮੇਲ ਕਰਨੀ ਹੈ, ਰਿਪਲਾਈ ਨਹੀਂ ਦੇਣਾ। ਉਸ ਵੀ ਅਕਾਊਂਟ ਬਣਾਉਣਾ ਹੈ, ਮੇਲ ਕਰਨੀ ਹੈ, ਪਰ ਇਹ ਪ੍ਰੂਫ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸਹੀ। ਫਿਰ ਇਹ ਡਾਕੂਮੈਂਟਾਂ ਦੇ ਸਾਰੇ ਪੁਸਤੀਲੇ ਹੋਏ ਹੋਣ, ਸਾਰੀ ਟਰਾਂਸਲੇਟ ਹੋਈ ਹੋਵੇ ਦੀ, ਇਹ ਸਾਰੀ ਮਤਲਬ ਇਹ ਰਿਕੁਆਇਰਮੈਂਟ ਤੁਹਾਡੇ ਕੋਲ ਹੋਵੇ ਦੀ, ਤੁਹਾਡਾ ਵਕੀਲ ਕੇਸ ਕਰ ਦੇਗਾ। ਇਹ ਕੋਈ ਨਹੀਂ ਮੈਂਸ਼ਨ ਕਰਦਾ ਹੈ ਕਿ ਤੁਹਾਡੇ ਨੌਲੇ ਉਸ ਤੇ ਫਰੈਸ਼ ਨੇ ਜਾਂ ਪੁਰਾਣੇ ਨੇ। ਅੱਛਾ, ਇਹਨਾਂ ਚੀਜ਼ਾਂ ਨਾਲ ਕੋਈ ਨਹੀਂ ਹੈ। ਤੁਹਾਨੂੰ ਤੁਸੀਂ ਆਪਣਾ ਹੱਕ ਮੰਗਦੇ ਪਏ ਹੋ ਜੀ। ਤੇ ਉਹ ਫਿਰ ਜਿਹੜਾ 3 ਮਹੀਨੇ ਦਾ ਲੀਗਲ ਟਾਈਮ ਹੋਵੇਗਾ ਇਟਾਲੀਅਨ ਗਵਰਨਮੈਂਟ ਦਾ, ਉਹ ਫਿਰ ਤੁਹਾਨੂੰ ਜਿਹੜਾ ਹੈ ਸਰਕਾਰ ਵਕੀਲ ਜਿਹੜਾ ਹੈ ਉਹ ਤੁਹਾਨੂੰ ਤੁਹਾਡੇ ਡਾਕੂਮੈਂਟ ਅਦਾਲਤ ਵਿੱਚ ਆਨਲਾਈਨ ਸਬਮਿਟ ਕਰਵਾਏਗਾ। ਅੱਛਾ, ਜੱਜ ਤੁਹਾਨੂੰ ਫੈਸਲੇ ਦੀ ਡੇਟ ਦੇ ਦੇਗਾ ਅੱਛਾ, ਕਿ ਇਸ ਦਿਨ ਨੂੰ ਤੇਰਾ ਫੈਸਲਾ ਹੈ। ਸਹੀ। ਜੋ ਇਨਸ਼ਾਅੱਲਾ ਤਾਲਾ ਫੈਸਲੇ ਤੋਂ ਪਹਿਲੇ ਵੀ ਕਿੰਨਾ ਲੋਕਾਂ ਦੀਆਂ ਅਪਾਇੰਟਮੈਂਟਾਂ ਆਈਆਂ ਨੇ। ਇਹ ਫਿਰ ਡਿਪੈਂਡ ਕਰਦਾ ਹੈ ਇਟਾਲੀਅਨ ਐਮਬੈਸੀ ਤੁਹਾਨੂੰ ਡਾਇਰੈਕਟ ਅਪਾਇੰਟਮੈਂਟ ਦਿੰਦੀ ਹੈ ਜਾਂ ਵਾਇਆ BLS ਦਿੰਦੀ ਹੈ। ਸਹੀ। ਗੱਲ ਇੱਕ ਹੀ ਹੈ, BLS ਨੇ ਇਟਾਲੀਅਨ ਐਮਬੈਸੀ 'ਚ ਜਾਣਾ। ਇਸ ਤਰ੍ਹਾਂ ਕਰਕੇ ਤੁਹਾਡਾ ਵੀਜ਼ਾ ਸਬਮਿਟ ਹੋ ਜਾਏਗਾ, ਮਤਲਬ ਅਪਾਇੰਟਮੈਂਟ ਲੈ ਕੇ ਵੀਜ਼ਾ ਸਬਮਿਟ ਤੁਸੀਂ ਕਰਵਾ ਕੇ ਤੇ 2-3 ਮਹੀਨੇ ਤੁਸੀਂ ਸਹਿ ਜਾਣਾ। ਸਹੀ ਹੋ ਗਈ। ਉਹ ਉਹਨਾਂ ਦੀ ਮਰਜ਼ੀ ਹੈ, 2 ਮਹੀਨੇ ਤੁਹਾਨੂੰ ਕਲੀਅਰ ਕਰ ਦੇਣ ਲੈਫਟ ਰਾਈਟ, ਸਿੱਧੇ ਚ। ਉਹ ਉਹਨਾਂ ਦੀ ਮਰਜ਼ੀ ਹੈ, ਲੇਕਿਨ ਕਾਨੂੰਨੀ ਤੌਰ ਤੇ 2 ਮਹੀਨੇ ਦਾ ਹੀ ਟਾਈਮ ਹੁੰਦਾ। 2 ਮਹੀਨੇ ਵੀਜ਼ਾ ਲੱਗ ਦਿੰਦੇ ਨੇ। ਫਿਰ ਆਉਂਦੇ ਨੇ ਇਨਕੁਆਇਰੀ ਵਾਲੇ। ਅੱਛਾ, ਇੱਥੇ ਮਤਲਬ ਇਹ ਲੜਕੀ ਦੀ ਯੂਨੀਅਨ ਕਾਉਂਸਲ ਚ ਆਉਂਦੇ ਨੇ, ਹਾਂ, ਉੱਥੋਂ ਆ ਕੇ ਇਨਕੁਆਇਰੀ ਕਰਦੇ ਨੇ ਕਿ ਸਾਰਾ ਕੁਝ ਵੀ ਇਹਦਾ ਨਿਕਾਹ ਹੋਇਆ ਹੈ ਜਾਂ ਯੂਨੀਅਨ ਕਾਉਂਸਲ ਵਿੱਚ ਪ੍ਰੋਪਰ ਆਉਂਦੇ ਨੇ। ਜਿਹੜੇ ਡਾਕੂਮੈਂਟ ਤੁਸੀਂ ਫਾਈਲ ਬਣਾਈ ਹੁੰਦੀ ਹੈ ਉਸ ਫਾਈਲ ਦੇ ਮੁਤਾਬਕ ਤੁਹਾਡਾ ਰਿਕਾਰਡ ਚੈੱਕ ਕਰਦੇ ਨੇ। ਫਿਰ ਇਨਕੁਆਇਰੀ ਵਾਲਾ ਪਾਸ ਕਰੇਗਾ, ਤੁਹਾਡਾ ਸਟicker ਇਟਲੀ ਦਾ ਲੱਗੇਗਾ। ਅੱਛਾ ਜੀ। ਹਾਂਜੀ, ਇਨਕੁਆਇਰੀ ਤੁਹਾਡੀ ਪਾਸ ਹੋਵੇਗੀ, ਤੁਹਾਡਾ ਸਟicker ਵੀਜ਼ੇ ਦਾ ਲੱਗੇਗਾ। ਸਹੀ। ਬਾਜ਼ ਕਾਤ ਇਨਕੁਆਇਰੀਆਂ ਵਾਲੇ ਵੀ ਵਕੀਲ ਹੀ ਹੁੰਦੇ ਨੇ, ਉਹ ਵੀ ਇਨਸਾਨ ਹੀ ਹੁੰਦੇ ਨੇ, ਪਰ ਥੋੜਾ ਜਿਹਾ ਆਂਦਿਆਂ ਦਬਾਅ ਪਾਉਂਦੇ ਨੇ ਬੰਦੇ ਤੇ। ਸਹੀ ਹੋ। ਇਹ ਚੀਜ਼ ਕਿਉਂ ਤੁਸੀਂ ਕਰਵਾਈ, ਇੰਜ ਕਿਉਂ ਕਰਵਾਈ, ਤੁਸੀਂ ਆਪਣੇ ਪੈਰਾਂ, ਉਹ ਥੋੜਾ ਜਿਹਾ ਵਿਖਾਉਂਦੇ ਨੇ ਕਿ ਅਸੀਂ ਵਕੀਲ ਆ। ਵਕੀਲ ਆ।
ਲੇਕਿਨ ਉਹਦਾ ਉਹ ਐਡਾ ਕੋਈ ਨਹੀਂ ਹੈ ਇਸ਼ੂ। ਉਹ ਫਿਰ ਉਹਨਾਂ ਨੂੰ ਖਾਣਾ ਸ਼ਾਣਾ ਖਵਾਓ, ਉਹਨਾਂ ਦਾ ਫੋਨ ਕਰਦੇ ਨੇ ਪਹਿਲੇ ਤੁਹਾਡੇ ਘਰ ਆਉਣ ਤੋਂ, ਮਤਲਬ ਉਹਨਾਂ ਦਾ ਫੋਨ ਕਰਨ ਦਾ ਇਹ ਹੀ ਹੁੰਦਾ है कि ਅਸੀਂ ਸਾਨੂੰ ਪਿਕ ਕਰੋ, ਸਾਨੂੰ ਛੱਡ ਕੇ ਆਵੋ। होगा सबसे पहले आपका निकाहनामा होगा कि इस बंदे का निकाह हुआ है, वो मैनुअल निकाहनामा जो है उसको उसके बाद फिर आपने रजिस्टर्ड कराना है यूनियन काउंसिल से। ऐसी बात ही है जी, यूनियन काउंसिल से आपका निकाहनामा रजिस्टर्ड हो गया। उसके बाद आपको अपनी वाइफ का जो है वो बर्थ सर्टिफिकेट चाहिए जिसको जन्म पर्ची कहते हैं। उसके बाद सारा डाटा जी, उसके बाद जो है वो आपकी जो बच्चे हैं सेम होना चाहिए। आपकी जो FRC आपने निकलवानी है। फॉर एग्जांपल आपका नया अगर शनाख्ती कार्ड है, आपकी वाइफ का भी जो चेंज हो गई है, तो आपने अपना और बीवी का शनाख्ती कार्ड लेके नादरा ऑफिस जाना है और अपना फैमिली जो है ना वो रजिस्ट्रेशन सर्टिफिकेट निकलवा लेना है, FRC उसको बोलते हैं। और उसके बाद चाहिए आपकी बीवी का पासपोर्ट, उनका ID कार्ड और एक डॉक्यूमेंट जो इटली से आएगा उसको कहते हैं नोला। उसका ये उसको वो ये ना वीज़ा अप्रूवल आता है या इनविटेशन लेटर होता है, उसको लेके सबको इस्लामाबाद में जो इटालियन एम्बेसी है किसी तरीके वहाँ पे जो है ना वो भेजना पड़ता है। तो इसके लिए जितना भी प्रोसेस है, राज साहब हमारे साथ हैं तो इनसे आज जो है ना वो गपशप लगाते हैं। राज साहब आए हैं इधर अपनी फैमिली के लिए अप्लाई करने के लिए, तो मैं भी पाकिस्तान आया हुआ था, तो मैंने कहा कि आतिफ साहब जो है ना वो जनाब कुछ प्रोसेस कर लिए इन्होंने, कुछ इनका रह गया तो इनसे गपशप लगाते हैं। तो अभी यूनियन काउंसिल आ गई है, तो यहाँ पे देखते हैं कि हमारे साथ वो क्या निज़ाम कर राधा वर्षा चुक के तुसी फैल कच्छे लाई जल्ला ते बंदे हो की लानी आ फिर ठंड जिन्नी धुंध है ना, यकीन करो भाई साहब, धुंध तौबा दी मकाम है। मैं गड्डी ਦੀਆਂ ਲਾਈਟਾਂ ਬੰਦ ਕਰ ਰਿਹਾ ਵਾਂ, ਕੀਤੀਆਂ ਕੋਈ ਉਹ ਚੱਲਦੀਆਂ ਆ ਹੋ ਕਰ ਉਹ ਮਤੇ ਇਹ ਨਾ ਹੋਵੇ ਮਤੇ ਫਿਰ ਸਿਸਟਮ एकदम ਖਰਾਬ ਹੋ ਜਾ। ਇਹਦਾ ਇਹ ਤਰੀਕ ਪਈ ਹੈ ਨਾ ਇੱਥੇ ਕਿੱਥੇ ਆ ਤਰੀਕ ਆ ਨਾ, ਇਹ ਸ਼ਾਦੀ ਦੀ ਤਰੀਕ ਹੈ ਨਾ, ਇੱਥੇ 7 ਲਿਖਵਾਉਣਾ ਹੈ, ਇਹ 5 ਪਿਆ ਤੇ ਇੱਥੇ 7 ਲਿਖਵਾਉਣਾ ਹੈ ਹੱਥ ਨਾਲ ਹੀ ਬਸ। 2020 ਤੁਸੀਂ ਲਿਖਵਾਉਣੀ ਹੈ, ਉਹਦੀ ਵਜ੍ਹਾ ਹੈ ਕਿ ਇੱਥੇ ਤੁਹਾਡੀ ਲਿਖੀ ਹੈ 7/12/2020 ਤੇ 5 ਦਸੰਬਰ ਨੂੰ ਤੁਹਾਡੀ ਸ਼ਾਦੀ ਹੋਈ ਸੀ ਤੇ ਤੁਹਾਡੀ ਸ਼ਾਦੀ ਇਹ ਹੈਗੀ ਹੈ 17/12/2020 ਤਾਰੀਖ ਅੰਦਰਾਜ 17/12/2020 ਹਾਂ ਇਹ ਲਿਖਵਾਉਣੀ ਹੈ। ਕਿੱਥੇ ਲਿਖਾਉਣੀ ਹੈ? ਐਟ ਮੈਨੂਅਲ ਤੇ ਜਿਹੜਾ ਤੁਹਾਡੇ ਕੋਲ ਇੱਕ ਜਮਾ ਪਿਆ ਹੈ। ਅੱਛਾ ਚੌਥੇ ਬਰਥ ਆਹੋ ਜਿਹੜਾ ਉਹਨਾਂ ਇਹ ਵਰਕੇ ਲੈ ਕੇ ਆਉਣੇ ਨੇ ਇਟਲੀ ਵਾਲਿਆਂ ਨੂੰ ਤੁਹਾਡੇ ਕੋਲ, ਉਹਨਾਂ ਇਹ ਡੇਟਾ ਸੇਮ ਵੇਖਣੀਆਂ ਨੇ, ਇਹ ਵਾਲੀ ਤੇ ਇਹ ਡੇਟ ਸੇਮ ਹੋਣੀ ਚਾਹੀਦੀ। ਅੱਛਾ ਅੱਛਾ ਮਤਲਬ ਇਹ 17 ਪਵਾਉਣੀ ਹੈ। ਠੀਕ। ਜੇ ਉੱਥੇ ਤੁਸੀਂ ਇੱਥੇ ਵੀ ਮੈਂ ਹੁਣ ਇਹ ਜਿਹੜੀ ਤਾਰੀਖ ਅੰਦਰਾਜ ਹੁੰਦੀ ਹੈ ਨਾ, ਇਹ ਤੇ ਹੁੰਦੀ ਹੈ ਨਾ ਜਦੋਂ ਅਸੀਂ ਕੰਪਿਊਟਰ 'ਚ ਡਾਟਾ ਐਂਟਰ ਕਰਦੇ ਹਾਂ, ਲੇਕਿਨ ਉਹਨਾਂ ਪਾਕਿਸਤਾਨ ਦੇ ਵਿੱਚ ਅਗਰ ਤੁਹਾਡਾ ਚੱਲ ਜਾਏ ਤੇ ਚੱਲ ਜਾਏ, ਨਹੀਂ ਚੱਲੇ ਤੇ ਤੁਹਾਨੂੰ ਫੇਰੇ। ਰਾਜ ਸਾਹਿਬ ਮਾਯੂਸ ਹੋ ਕੇ ਜਿਹੜਾ ਨਾ ਉਹ ਕਿਤਾਬਾਂ ਹੱਥ 'ਚ ਲੈ ਕੇ ਤੇ ਫਿਰ ਵਾਪਸ ਜਾ ਰਹੇ ਆ। ਰਾਜ ਸਾਹਿਬ ਫਿਲਮ ਕੀ ਪਈ ਸਾਨੂੰ? ਫਿਲਮ ਇਹ ਪਈ ਹੈ, ਸੈਕਟਰੀ ਸਾਹਿਬ ਨੂੰ ਕੱਲ ਫੋਨ ਕੀਤਾ ਤੇ ਸੈਕਟਰੀ ਸਾਹਿਬ ਕਿਹਾ ਕਿ ਅਸੀਂ ਕੱਲ ਇੱਥੇ ਬੈਠੇ ਹੋਵਾਂਗੇ ਤੇ ਅੱਜ ਬੈਠੇ ਕੋਈ ਨਹੀਂ। ਉਹਨਾਂ ਨੇ ਚਾਹਿਆ ਵੀ ਕੋਟ ਹੀ ਟੁਰ ਗਏ ਨੇ, ਕੋਟ ਲਖਪਤ ਜੇਲ੍ਹ 'ਚ, ਪਤਾ ਨਹੀਂ ਹੁਣ ਕੋਟ ਲਖਪਤ ਜੇਲ੍ਹ 'ਚ ਗਏ ਨੇ ਜਾਂ सेशन कोर्ट गए ने, जितने भी गए ने असी ना पीछे पीछे सेम जनाब यही जो है ना वो प्रोसेस मेरे साथ भी हुआ। कल मैं गया था यूनियन काउंसिल में अपने फैमिली के लिए डॉक्यूमेंट वगैरह के लिए ना, तो वहाँ पे जो सेक्रेटरी साहब हैं, पाकिस्तान में इतना गंदा निज़ाम है कि हर बंदा कहता है कि यार मैंने ना वेले बह के घर में पैसे लभ जान। वो जो हमारे सेक्रेटरी साहब थे वो भी कल छुट्टी पे थे और कह रहे थे भाजी साड़ी बिजली खराब हुई है तो लिहाजा आज मैं नहीं आया, आज छुट्टी कर रहे हैं, आज मैं छुट्टी कर रहा हूँ तो आप सुबह आए। तो बाकी चलें, अल्लाह खैर करे, देखते हैं कि क्या सिस्टम निज़ाम और सूरत हाल है। यार ਜਿਹੜੀਆਂ ਨਾ ਕਸਮ ਅੱਲਾ ਦੀਆਂ ਬੀਬੀਆਂ ਪਾਕਿਸਤਾਨੀ ਨੇ ਨਾ, ਕੁੜੀਆਂ ਜਿਨ੍ਹਾਂ ਦਾ ਵਿਆਹ ਹੁੰਦਾ ਕਿਸੇ ਵੀ ਇਟਲੀ ਵਾਲੇ ਬੰਦੇ ਦੇ ਨਾਲ, ਤੇ ਬੰਦੇ ਦੀਆਂ ਪੁੱਤਰ ਬਣ ਜਾਓ, ਉਹਨਾਂ ਦੇ ਨਾਲ ਲੜਿਆ ਨਾ ਕਰੋ। ਜਿੰਨੀ ਖੇਚਲ ਅਸੀਂ ਤੁਹਾਡੇ ਵਾਸਤੇ ਕਰਨੇ ਆ ਨਾ, ਯਕੀਨ ਕਰੋ ਹੋਰ ਬੰਦਾ ਵਾ ਤੇ ਚਪੇੜਾਂ ਕਰਾਏ ਅੱਗੋਂ ਤੇ ਨਾਲ ਜਿਹੜਾ ਨਾ ਉਹ ਲਿਫਟ ਵੀ ਨਾ ਕਰਾਏ। ਹੁਣ ਇਹ ਛੋਟੇ ਛੋਟੇ ਡਾਕੂਮੈਂਟ ਨੇ ਤੇ ਰਾਜ ਸਾਹਿਬ ਜਿਹੜੇ ਨਾ ਉਹ ਇਹਨਾਂ ਦੇ ਪਿੱਛੇ ਪਏ ਨੇ, ਤੇ ਅੱਜ ਹੁਣ ਸੈਕਟਰੀ ਨਹੀਂ ਬੈਠਾ ਤੇ ਇਹਨਾਂ ਦਾ ਗੁੱਸਾ ਜਿਹੜਾ ਨਾ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਉਹ ਕਹਿ ਰਹੇ ਨੇ ਕਿ ਕਿੰਨਾ ਅਜ਼ਾਬ ਹੈ ਜਿਹੜਾ ਨਾ ਉਹ ਇਸ ਤਰ੍ਹਾਂ ਦੇ ਕੰਮਾਂ 'ਚ ਪੈਣਾ। ਰਾਜ ਸਾਹਿਬ ਕੋ ਕੀ ਫੀਲਿੰਗ ਨੇ ਹੁਣ ਤੁਹਾਡੀਆਂ? ਕੋਈ ਫੀਲਿੰਗ ਨਹੀਂ ਆਫਤ ਜੀ, ਫੀਲਿੰਗ ਕਿਹੜੀਆਂ ਨੇ ਵੀ ਇਹ ਨਕਾਹਨਾਮਾ ਹੈ। ਅੱਛਾ, ਇਹ ਹੁਣ ਮੌਲਵੀ ਸਾਹਿਬ ਦੀਆਂ ਬਾਲੀਆਂ ਮੌਲਵੀ ਗਲਤੀਆਂ ਕਰਦੇ ਨੇ। ਮੌਲਵੀ ਗਲਤੀ ਦਾ ਹਿਸਾਬ ਲਾ ਵੀ ਇੱਥੇ ਉਸ 5 ਦਸੰਬਰ ਨੂੰ ਸ਼ਾਦੀ ਹੋਈ, ਉਸ 5 ਦਸੰਬਰ 'ਚ ਠੀਕ ਡੇਟ ਲਿਖੀ, ਹੁਣ ਜਿਹੜੀ ਦਿਨ ਨੂੰ ਉਸ ਦਰਜ ਕਰਵਾਇਆ ਹੈ। अच्छा, शादी को दर्ज रजिस्टर्ड करवाने की तारीख, मतलब उधर MRC तो लिखी है शादी को अंदराज करवाने की तारीख उधर 7 दसंबर लिखी है। अच्छा, ऐदे भी तो उनका काम सी ना कि 7 दसंबर ही लिखदा, सही हो गया। बकायदा उन्हें वेखे ना मार्क ला के दिता है
ਕਿ 7 ਦਸੰਬਰ ਆਵੇ ਐਸ ਇਹ ਲਿਖਿਆ ਹੈ ਕਿ 7 ਦਸੰਬਰ ਆਣਾ ਚਾਹੀਦਾ 7 ਦਸੰਬਰ 5 ਦਸੰਬਰ ਉਹਨਾਂ ਕਿਉਂ ਲਿਖਿਆ ਹੈ? ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ ਇਹ ਪਾਕਿਸਤਾਨ ਵਿੱਚ ਪੈਸਿਆਂ ਤੋਂ ਬਣੇ ਕੋਈ ਨਹੀਂ ਹੱਲ ਹੁੰਦੀਆਂ ਹੈ। तो जी सिंपल जो है ना वो मुझे जो इन्फॉर्मेशन मिली है ना ਬਹਰਹਾਲ ਅਸੀਂ ਤਾਂ ਕੋਈ ਨਹੀਂ ਯਾਰ ਬਿਹਤਰ ਇਹ ਹੀ ਹੈ ਵੀ ਅਗਰ ਤੁਹਾਡੇ ਕੋਲ ਕੋਈ ਟਾਈਮ ਜ਼ਿਆਦਾ ਹੈ ਤੇ ਤੁਸੀਂ ਨਿਕਾਹਨਾਮਾ MRC ਜੋ ਵੀ ਠੀਕ ਕਰਵਾਉਣਾ ਬਰਥ ਸਰਟੀਫਿਕੇਟ ਬਿਹਤਰੀਨ ਹੱਲ ਹੈ। मतलब ਜਿਹੜੇ ਲੜਕੇ ਹਲੇ ਜਿਨ੍ਹਾਂ ਨੇ ਫੈਮਿਲੀ ਅਪਲਾਈ ਨਹੀਂ ਕੀਤੀ ਅਗਰ ਉਹਨਾਂ ਦੇ ਨਿਕਾਹ ਵਗੈਰਾ ਹੋ ਗਏ ਨੇ ਜਾਂ ਸ਼ਾਦੀਆਂ ਹੋ ਗਈਆਂ ਨੇ ਉਹ ਸਾਰੇ ਉਹ ਆਪਣੇ ਡਾਕੂਮੈਂਟ ਅਗਰ ਪਾਕਿਸਤਾਨ ਆਉਂਦੇ ਨੇ ਤਾਂ ਇਹ ਤਕਰੀਬਨ ਮੁਕੰਮਲ ਆਪਣਾ ਪ੍ਰੋਸੈਸ ਕਰ ਲੈਣ। ਆਪਣੀ ਫਾਈਲ ਤੁਹਾਡੀ ਬਣੀ ਹੋਵੇ ਕੋਈ ਮਸਲਾ ਨਹੀਂ ਹੈ। ਉਹ ਭਾਵੇਂ ਪਹਿਲੇ ਫਾਈਲ ਤਿਆਰ ਕਰਵਾ ਲਵੋ ਭਾਵੇਂ ਬਾਅਦ ਵਿੱਚ ਕਰਵਾ ਲਵੋ ਬਾਅਦ ਦੇ ਟਾਈਮ ਆਇਆ ਹੁੰਦਾ ਹੈ। ਸਹੀ ਹੋ ਗਿਆ ਹਾਲਿਆ ਜੀ ਦਾ ਘਰ ਨਹੀਂ ਇਹ ਤੁਸੀਂ ਇਹ ਵੇਖੋ ਹੁਣ ਸੱਚੀ ਸਾਨੂੰ ਕੀ ਪੰਗਾ ਪਾਉਂਦੇ डॉक्टर साहब भी हमारे साथ हैं जो हमारी मावनत कर रहे हैं इस काम में। डॉक्टर साहब आपका बहुत शुक्रिया, थैंक यू कि जब भी हमें आपकी ज़रूरत पड़ती है आप फ़ौरन हाज़िर होते हैं। ये डॉक्टर साहब हैं और इनका नाम डॉक्टर सदी अहमद भट्टी है। पाकिस्तान के सबसे खूनखार इलाके से इनका तल्लक है गजियाना 9 और साथ ही वहाँ पे सलार भट्टियाँ भी इनके गाँव से तकरीबन 4-5 किलोमीटर दूरी है। बिल्कुल जनाब, काशी पटेरी अपने हमसाए। वाह क्या बात है। तो डॉक्टर साहब से इंशाल्लाह ये भी जो है ना वो स्टोरी सुनेंगे जो शेर पंजाब सारा दिन जो है ना वो यकीन करें आज हम ना घूम फिर के और राज साहब के अभी भी डॉक्यूमेंट उनके हाथ में है तो मसला हल भी नहीं होगा। नहीं राज नहीं हो जाना ਹੁਣ ਤੋਂ ਉਹਨੂੰ ਫੋਨ ਕੀਤਾ ਉਹ ਮੋਹਰ ਆ ਕੇ ਲਾ यकीन करो सुबह दिन टाइम ਦੇ ਅਸੀਂ ਟੁਰੇ ਆ ਸਾਰਾ ਦਿਨ ਘੁੰਮ ਕੇ ਤੋਂ ਸ਼ਾਮ ਹੋ ਗਈ ਹੈ। ਚਾਦਰਾਂ ਵੀ ਸਾਡੇ ਸਿਸਟਮ ਵੀ ਮੋਢਿਆਂ ਤੇ ਆ ਗਏ ਨੇ ਤੇ बस गाँव वापस जहाँ से जर्नी शुरू थी वहाँ पे आ गए हैं और अभी जर्नी ख़त्म होने वाली है लेकिन मसला जिंदगी का नहीं सजना तो हल होया। हेलो हेलो टाटा कर अल्लाह अकबर। अभी मैं घर आ गया हूँ तो चाय वगैरह पीते हैं सुबह फिर जनाब अल्लाह खैर रखे तो सिस्टम निज़ाम कर लेंगे। अजी वो आ गई मेरी रैश और वो फ्लैक्स फरत हुसैन भट्टी ਮੋਹਰਾਂ ਲਾ ਲਾ ਕੇ ਤਾਂ ਮੇਰੀ ਮੋਹਰ ਵੀ ਕਿਸਾ ਛੜੀ। ਇੱਕ ਮਿੰਟ ਮੈਂ ਦੱਸਣਾ ਕਿਹੜੇ ਵਰਕੇ राजी ਹੋਰ ਤੇਰੀ ਕੀ ਬਣ ਕੇ ਆਵੇ ਇੱਥੇ ਲਾਓ ਨਾ ਤੇ ਇੱਥੇ ਆਪਣਾ ਸ਼ਨਾਖਤੀ ਕਾਰਡ ਨੰਬਰ 35 ਕੋ ਤਾਂ ਅਸੀਂ ਮੋਹਰਾਂ ਲਾ ਬੈਠੇ ਆ ਇੰਨੇ ਚਿਰ ਨੂੰ ਤੇ ਇੰਨੇ ਜੇ ਇਹਨੂੰ ਬੰਦ ਕਰੋ ਨਾ ਇਹਦੇ ਥੱਲੇ ਦਿਓ ਰੱਖਾਂਗੇ। ਥੋੜਾ ਕਰ ਠੀਕ ਹੈ ਇਹ ਤਾਂ ਕਰ ਦੇ ਆ ਇੱਥੇ ਲਾਓ ਨਾ ਲਓ ਨਾ ਜੀ ਇਹ ਟੈਸਟਡ ਹੋ ਗਈ। ਹੁਣ ਤੁਸੀਂ ਆਪਣਾ ਡਾਟਾ ਸਾਰਾ ਇੱਥੇ ਲਿਖੋ। ਉਹ ਕੀ ਲਿਖਣਾ ਜੀ? शनादी का ਆਫਾ ਜੀ ਮੈਂ ਨਿਕਲਣਾ आ जाओ ਬੜੀ ਮਿਹਰਬਾਨੀ।